ਜਿਵੇਂ ਕਿ ਘਰੇਲੂ ਉਡਾਨਾਂ ਅਤੇ ਕੈਨੇਡਾ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਲਈ ਅਤੇ ਫੈਡਰਲ ਵਰਕਰਾਂ ਲਈ ਵੈਕਸੀਨ ਦਾ ਪ੍ਰੂਫ ਦੇਣ ਦੀ ਲੋੜ ਅਗਲੇ ਸੋਮਵਾਰ ਨੂੰ ਖਤਮ ਹੋਣ ਜਾ ਰਹੀ ਹੈ। ਉੱਥੇ ਹੀ ਟਰਾਂਸਪੋਰਟ ਮੰਤਰੀ ਓਮਰ ਅਲਕਬਰਾ ਨੇ ਕੋਵਿਡ-19 ਦੇ ਨਵੇਂ ਸਬ ਵੇਰੀਐਂਟ ਦੇ ਰਿਸਕ ਨੂੰ ਲੈ ਕੇ ਕਿਹਾ ਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਮੁੜ ਤੋਂ ਵੈਕਸੀਨ ਦੇ ਸਬੂਤ ਦੀ ਲੋੜ ਪਵੇਗੀ ਜਾਂ ਨਹੀਂ, ਪਰ ਉਹਨਾਂ ਦੀ ਸਰਕਾਰ ਉਮੀਦ ਕਰਦੀ ਹੈ ਕਿ ਇਹ ਨਿਯਮ ਦੁਬਾਰਾ ਤੋਂ ਲਾਗੂ ਕਰਨ ਦੀ ਲੋੜ ਨਾ ਪਵੇ। ਮੰਤਰੀ ਨੇ ਕਿਹਾ ਕਿ ਸਾਨੂੰ ਸਮਝਦਾਰ ਰਹਿਣ ਦੀ ਲੋੜ ਹੈ ਅਤੇ ਜੇ ਪਤਝੜ ਵਿੱਚ ਚੀਜ਼ਾਂ ਬਦਲਦੀਆਂ ਹਨ ਤਾਂ ਸਾਨੂੰ ਕੋਵਿਡ-19 ਦੇ ਸੁਰੱਖਿਆ ਦੇ ਉਪਾਵਾਂ ਨੂੰ ਦੁਬਾਰਾ ਤੋਂ ਐਡਜਸਟ ਕਰਨਾ ਪੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਹਾਲਾਤ ਵਿਗੜਨਗੇ ਨਹੀਂ, ਪਰ ਜੇ ਇੱਦਾਂ ਹੁੰਦਾ ਹੈ ਤਾਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਸੁਰੱਖਿਆ ਲਈ ਤਿਆਰ ਹਾਂ। ਮੰਤਰੀ ਨੇ ਨਵੇਂ ਵੇਰੀਐਂਟਸ ਦੇ ਰੂਪ ਨੂੰ ਲੈ ਕੇ ਕਿਹਾ ਕਿ ਉਦਾਹਰਨ ਵਜੋਂ ਜੇਕਰ ਰੱਬ ਨਾ ਕਰੇ ਸਾਡੇ ਕੋਲ ਇੱਕ ਅਜਿਹਾ ਕੇਸ ਹੈ ਜਿਸ ਦੀ ਫੈਲਣ ਦੀ ਦਰ ਜ਼ਿਆਦਾ ਹੈ, ਫਿਰ ਭਾਵੇਂ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਜ਼ਿਆਦਾ ਕਿਉਂ ਨਾ ਹੋਵੇ, ਸਾਨੂੰ ਸਖਤ ਉਪਾਅ ਨਹੀਂ ਕਰਨੇ ਪੈਣਗੇ। ਪਰ ਜੇਕਰ ਸਾਡੇ ਕੋਲ ਅਜਿਹਾ ਸਬ ਵੇਰੀਐਂਟ ਹੈ ਜਿਸ ਦੀ ਫੈਲਣ ਦੀ ਦਰ ਘੱਟ ਹੈ ਪਰ ਰਿਸਕ ਫੈਕਟਰ ਦੀ ਦਰ ਜ਼ਿਆਦਾ ਹੈ, ਤਾਂ ਭਾਵੇਂ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਸ਼ੁਰੂ ਵਿੱਚ ਘੱਟ ਕਿਉਂ ਨਾ ਹੋਵੇ, ਸਾਨੂੰ ਇਸ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਅਨਸਰਟੇਨ ਹੈ, ਪਰ ਸਾਨੂੰ ਜ਼ਿੰਮੇਵਾਰ ਹੋਣਾ ਪਵੇਗਾ। ਪਰ ਮੇਰੀ ਅਤੇ ਸਾਡੀ ਸਰਕਾਰ ਦੀ ਇਹ ਵਚਨਬੱਧਤਾ ਹੈ ਕਿ ਸਾਨੂੰ ਕੈਨੇਡੀਅਨਸ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਲਈ ਜੋ ਵੀ ਕਰਨਾ ਪਏਗਾ ਉਹ ਅਸੀਂ ਕਰਾਂਗੇ। ਵੈਨਕੂਵਰ ਦੇ ਵੈਸਟ ਪੁਆਇੰਟ ਗ੍ਰੇ ਇਲਾਕੇ ਵਿੱਚ ਇੱਕ ਘਰ ਵਿੱਚ ਇੰਨੀ ਭਿਆਨਕ ਅੱਗ ਲੱਗੀ ਕਿ ਅੱਗ ਦੀਆਂ ਲਪਟਾਂ ਕਈ ਕਿਲੋਮੀਟਰਾਂ ਤੱਕ ਦਿਖਾਈ ਦਿੱਤੀ। ਵੈਨਕੂਵਰ ਦੇ ਅੱਗ ਬੁਝਾਊ ਅਮਲੇ ਸ਼ਨੀਵਾਰ ਸਵੇਰੇ ਸ਼ਹਿਰ ਦੇ ਵੈਸਟ ਪੁਆਇੰਟ ਗ੍ਰੇ ਇਲਾਕੇ ਦੇ ਇੱਕ ਘਰ ਵਿੱਚ ਲੱਗੀ ਵੱਡੀ ਅੱਗ ਤੋਂ ਹੌਟਸਪੌਟ ਨਾਲ ਅਜੇ ਵੀ ਨਜਿੱਠ ਰਹੇ ਸੀ। ਇਹ ਅੱਗ ਸ਼ੁੱਕਰਵਾਰ ਦੀ ਰਾਤ ਨੂੰ ਲੱਗੀ ਸੀ ਅਤੇ ਵੈਸਟ ਐਂਡ ਨਾਰਥ ਸ਼ੋਰ ਤੋਂ ਵੀ ਅੱਗ ਦੀਆਂ ਲਪਟਾਂ ਵਿਖਾਈ ਦੇ ਰਹੀ ਸੀ। ਜਾਣਕਾਰੀ ਮੁਤਾਬਕ ਰਾਤ ਦੇ ਕਰੀਬ 10 ਵਜੇ ਫੈਨਿਨ ਐਵੇਨਿਊ ਦੇ ਨੇੜੇ ਡਰਮੋਂਟ ਡਰਾਈਵ ਦੇ ਇੱਕ ਵੱਡੇ ਘਰ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਸੀ। ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ ਦੇ ਅਸਿਸਟੈਂਟ ਚੀਫ ਕੇਨ ਮੋਰਸ਼ਿਤਾ ਨੇ ਦੱਸਿਆ ਕਿ ਇਮਾਰਤ ਖਾਲੀ ਸੀ ਅਤੇ ਮੁਰੰਮਤ ਅਧੀਨ ਸੀ। ਮੋਰਸ਼ਿਤਾ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਹਾਲਾਂਕਿ ਅੱਗ ਲੱਗਣ ਦੀ ਜਾਂਚ ਕਰਨ ਵਾਲੇ ਅਧਿਕਾਰੀ ਘਟਨਾ ਵਾਲੀ ਸਥਾਨ ਤੇ ਹੀ ਮੌਜੂਦ ਸੀ। ਅੱਗ ਲੱਗਣ ਦੇ ਲਗਭਗ 12 ਘੰਟੇ ਬਾਅਦ ਵੀ ਫਾਇਰ ਕਰਮੀ ਘਟਨਾ ਸਥਾਨ ਤੇ ਮੌਜੂਦ ਰਹੇ, ਜੋ ਇਮਾਰਤ ਦੇ ਡਿੱਗਣ ਕਾਰਨ ਪੈਦਾ ਹੋਏ ਹੌਟਸਪੌਟ ਨਾਲ ਨਜਿੱਠ ਰਹੇ ਸੀ। ਹਸਪਤਾਲ ਦੇ ਇੱਕ ਬਾਥਰੂਮ ਦੇ ਸੀਵੇਜ ਡਰੋਨ ਤੋਂ ਗੈਸ ਨਿਕਲਣ ਨਾਲ ਏਅਰ ਅਲਾਰਮ ਟ੍ਰਿਗਰ ਹੋ ਗਏ, ਜਿਸ ਤੋਂ ਬਾਅਦ ਹਸਪਤਾਲ ਨੂੰ ਥੋੜੀ ਦੇਰ ਲਈ ਬੰਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ BC ਦੇ ਨਿਕੋਲਾ ਵੈਲੀ ਹਸਪਤਾਲ ਵਿੱਚ ਬਲੌਕ ਪਾਈਪ ਵਿੱਚ ਸਫਾਈ ਕਰਨ ਵਾਲੇ ਤਰਲ ਨਾਲ ਗੈਸ ਰਿਐਕਟ ਕਰ ਗਈ, ਜਿਸ ਤੋਂ ਬਾਅਦ ਅਲਾਰਮਸ ਵੱਜਣੇ ਸ਼ੁਰੂ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ 10 ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਅਸਥਾਈ ਤੌਰ ਤੇ ਦੂਜੇ ਸਥਾਨਾਂ ਤੇ ਤਬਦੀਲ ਕਰ ਦਿੱਤਾ ਗਿਆ ਸੀ। ਹਸਪਤਾਲ ਅਤੇ ਐਮਰਜੈਂਸੀ ਡਿਪਾਰਟਮੈਂਟ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 3:30 ਵਜੇ ਤੱਕ ਬੰਦ ਰਿਹਾ, ਜਦੋਂ ਤੱਕ ਅਧਿਕਾਰੀ ਬਦਬੂ ਦੇ ਆਉਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਸੀ। ਇਸ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਅਤੇ ਇਮਾਰਤ ਨੂੰ ਮੈਰਿਟ ਫਾਇਰ ਡਿਪਾਰਟਮੈਂਟ ਅਤੇ ਫੋਰਟਿਸ BC ਦੋਵਾਂ ਨਾਲ ਹਵਾਦਾਰ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿ ਹਵਾ ਕਿਸੇ ਵੀ ਤਰ੍ਹਾਂ ਦੀ ਗੈਸ ਦੀ ਚਿੰਤਾ ਤੋਂ ਮੁਕਤ ਹੈ। ਨਿਕੋਲਾ ਵੈਲੀ ਹਸਪਤਾਲ ਮੈਰਿਟ ਵਿੱਚ ਇੱਕੋ ਇੱਕ ਸਿਹਤ ਸੰਭਾਲ ਕੇਂਦਰ ਹੈ, ਜੋ ਕਿ ਵੈਨਕੂਵਰ ਤੋਂ ਲਗਭਗ 270 ਕਿਲੋਮੀਟਰ ਉੱਤਰ ਪੂਰਬ ਵਿੱਚ ਹੈ। ਜਿਵੇਂ ਕਿ ਓਮਿਕਰੋਨ ਸਬ ਵੇਰੀਐਂਟ ਫਿਲਹਾਲ ਹੋਲਡ ਤੇ ਹੈ, ਉੱਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਮੁੜ ਤੋਂ ਵਾਧਾ ਹੋ ਸਕਦਾ ਹੈ। ਜਿਵੇਂ-ਜਿਵੇਂ ਗਰਮੀਆਂ ਨੇੜੇ ਆ ਰਹੀਆਂ ਹਨ ਅਤੇ ਕੋਵਿਡ-19 ਸਿਹਤ ਉਪਾਅ ਢਿੱਲੇ ਹੁੰਦੇ ਜਾ ਰਹੇ ਹਨ, ਮਾਹਰਾਂ ਦਾ ਕਹਿਣਾ ਹੈ ਕਿ ਓਮਿਕਰੋਨ ਦੇ ਸਬ ਵੇਰੀਐਂਟ ਵਧਣ ਨਾਲ ਕੈਨੇਡਾ ਵਿੱਚ ਮਾਮਲਿਆਂ ਵਿੱਚ ਇੱਕ ਹੋਰ ਵਾਧਾ ਹੋ ਸਕਦਾ ਹੈ। ਸਬ ਵੇਰੀਐਂਟ BA.4 ਅਤੇ BA.5 ਅਮਰੀਕਾ, ਯੂਰਪ ਅਤੇ ਦੁਨੀਆ ਭਰ ਦੇ ਹੋਰ ਸਥਾਨਾਂ ਵਿੱਚ ਵੱਧ ਰਹੇ ਕੇਸਾਂ ਦੀ ਗਿਣਤੀ ਨੂੰ ਵਧਾ ਰਹੇ ਹਨ। ਕੈਨੇਡਾ ਵਿੱਚ 29 ਮਈ ਦੇ ਹਫ਼ਤੇ ਇਕੱਠੇ ਕੀਤੇ ਗਏ ਨਮੂਨਿਆਂ ਦੇ ਮੁਤਾਬਕ ਕੋਵਿਡ-19 ਦੇ 2 ਵੇਰੀਐਂਟ 3.9% ਅਤੇ 6.5% ਵਧੇ ਹਨ, ਜਿਸ ਵਿੱਚ BA.2.12.1 ਦੇ ਕੇਸ ਇੱਕ ਹੋਰ ਵੱਧ ਰਹੇ ਸਬ ਵੇਰੀਐਂਟ ਦੇ 40.5% ਵਧੇ ਕੇਸਾਂ ਨੂੰ ਦਰਸਾਉਂਦੇ ਹਨ। ਕੈਨੇਡਾ ਦੇ ਚੀਫ ਮੈਡੀਕਲ ਆਫਿਸਰ ਆਫ ਹੈਲਥ ਡਾਕਟਰ ਥੇਰੇਸਾ ਟੈਮ ਨੇ ਇਹਨਾਂ ਸਬ ਵੇਰੀਐਂਟਸ ਦੇ ਵਾਧੇ ਨੂੰ ਨੋਟ ਕਰਦੇ ਹੋਏ ਵੈਕਸੀਨ ਪ੍ਰਤੀਰੋਧਕ ਸਮਰੱਥਾ ਅਤੇ ਵਾਇਰਲ ਵਿਕਾਸ ਦੇ ਘਟਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ ਕੇਸਾਂ ਦੇ ਮੁਕਾਬਲੇ ਇਸ ਵਾਰੀ ਵਾਧੂ ਇਮਿਊਨ ਐਸਕੇਪ ਵਿੱਚ ਇੱਕ ਵਧਿਆ ਹੋਇਆ ਫਾਇਦਾ ਦਿਖਾਇਆ ਹੈ। ਉੱਥੇ ਹੀ ਟੋਰਾਂਟੋ ਆਧਾਰਿਤ ਐਮਰਜੈਂਸੀ ਰੂਮ ਫਿਜ਼ੀਸ਼ੀਅਨ ਡਾਕਟਰ ਕਾਸ਼ਿਫ ਪੀਰਜ਼ਾਦਾ ਦਾ ਕਹਿਣਾ ਹੈ ਕਿ ਇਹਨਾਂ ਸਬ ਵੇਰੀਐਂਟਸ ਦਾ ਵਾਧਾ ਦਰਸਾਉਂਦਾ ਹੈ ਕਿ ਵਾਇਰਸ ਕਿੰਨੀ ਤੇਜ਼ੀ ਨਾਲ ਬਦਲ ਸਕਦਾ ਹੈ।
ਵਰਤਮਾਨ ਵਿੱਚ ਕੈਨੇਡਾ ਵਿੱਚ ਕੇਸਾਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਘੱਟ ਦਰ ਦਿਖਾਈ ਦੇ ਰਹੀ ਹੈ ਅਤੇ ਟੈਮ ਨੇ ਕਿਹਾ ਕਿ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਮੌਜੂਦਾ ਚਾਲ ਬਾਰੇ ਸਾਵਧਾਨੀ ਨਾਲ ਆਸ਼ਾਵਾਦੀ ਮਹਿਸੂਸ ਕਰ ਰਹੀ ਹੈ। ਡਾਊਨਟਾਊਨ ਹੈਮਿਲਟਨ ਵਿੱਚ ਇੱਕ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ, ਜਿਸ ਵਿੱਚ ਅੱਧੀ ਇਮਾਰਤ ਢਹਿ ਗਈ। ਸ਼ਨੀਵਾਰ ਸਵੇਰੇ ਇੱਕ ਖਾਲੀ ਵਪਾਰਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਧੀ ਇਮਾਰਤ ਢਹਿ ਢੇਰੀ ਹੋ ਗਈ। ਸਵੇਰੇ 6 ਵਜੇ ਦੇ ਕਰੀਬ ਫਾਇਰ ਅਮਲੇ ਨੂੰ 206 ਕਿੰਗ ਸਟਰੀਟ ਵੈਸਟ ਵਿਖੇ 4 ਮੰਜ਼ਿਲਾ ਸੈਂਚੁਰੀ ਦੀ ਇਮਾਰਤ ਵਿੱਚ ਅੱਗ ਲੱਗਣ ਬਾਰੇ ਸੁਚੇਤ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਸ ਦੌਰਾਨ 20 ਜੌਰਜ ਸਟਰੀਟ ਦੇ ਨੇੜੇ ਇੱਕ ਕੰਡੋ ਬਾਲਕੋਨੀ ਵਿੱਚ ਅੱਗ ਲੱਗ ਗਈ ਅਤੇ ਮੰਨਿਆ ਗਿਆ ਕਿ ਇਮਾਰਤ ਵਿੱਚ ਅੱਗ ਲੱਗਣ ਕਾਰਨ ਬਾਲਕੋਨੀ ਵਿੱਚ ਵੀ ਇਹ ਅੱਗ ਲੱਗ ਗਈ ਸੀ। ਫਾਇਰ ਕਰਮੀਆਂ ਨੇ ਬਹੁਤ ਜਲਦੀ ਕਾਰਵਾਈ ਕਰਦੇ ਹੋਏ ਬਾਲਕੋਨੀ ਵਿੱਚ ਲੱਗੀ ਅੱਗ ਤੇ ਕਾਬੂ ਪਾ ਲਿਆ। ਇਸ ਦੌਰਾਨ ਨਾਗਰਿਕਾਂ ਜਾਂ ਫਾਇਰ ਫਾਈਟਰਾਂ ਦੇ ਕਿਸੇ ਵੀ ਤਰ੍ਹਾਂ ਦੀ ਜ਼ਖਮੀ ਹੋਣ ਦੀ ਸੂਚਨਾ ਸਾਹਮਣੇ ਨਹੀਂ ਆਈ। ਫਿਲਹਾਲ ਮਾਮਲੇ ਵਿੱਚ ਅੱਗ ਕਿੱਥੋਂ ਸ਼ੁਰੂ ਹੋਈ ਅਤੇ ਅੱਗ ਲੱਗਣ ਦੀ ਵਜ੍ਹਾ ਕੀ ਰਹੀ, ਇਸ ਬਾਰੇ ਪਤਾ ਨਹੀਂ ਚੱਲ ਸਕਿਆ।